ਬੱਚਿਓ ਅੱਜ ਦੇ ਇਸ ਐਮਪੀਪੀ ਦੇ ਲੈਕਚਰ ਦੇ ਵਿੱਚ ਜਾਂ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਬੇਸਿਕਲੀ ਅਸੀਂ ਕੱਲ੍ਹ ਸ਼ਾਂਤੀਵਾਦ ਵਾਲਾ ਟੌਪਿਕ ਜਿਹੜਾ ਹੈ ਡਿਸਕਸ ਕਰ ਰਹੇ ਸੀ। ਸੋ ਮੈਂ ਇੱਥੇ ਤੁਹਾਡੇ ਨਾਲ ਇੱਕ ਜਿਹੜਾ ਹੈਗਾ ਹੈ ਡਾਕੂਮੈਂਟ ਸ਼ੇਅਰ ਕਰਨ ਲੱਗਾ। ਠੀਕ ਹੈ ਜੀ। ਕੱਲ੍ਹ ਜਿੱਥੇ ਅਸੀਂ ਆਪਣਾ ਲੈਕਚਰ ਕੀਤਾ ਸੀਗਾ ਅਸੀਂ ਗੱਲ ਕਰ ਰਹੇ ਸੀਗੇ ਕਿ ਚੀਨ ਵਿੱਚ, ਲੇਬਾ ਵਿੱਚ, ਮੁਰਾਰੀ ਵਿੱਚ, ਗ੍ਰੀਕ ਆਪਣੇ ਯੂਨਾਨ ਵਿੱਚ, ਰੋਮਨ ਅੰਪਾਇਰ ਵਿੱਚ, ਕ੍ਰਿਸਚੈਨਿਟੀ ਦੇ ਵਿੱਚ, ਅਤੇ ਜਦੋਂ ਅਸੀਂ ਮਾਡਰਨ ਇਤਿਹਾਸ ਦੀ ਜਿਹੜੀ ਇਹ ਗੱਲ ਕਰੀਦੀ ਹੈ ਉਹਦੇ ਵਿੱਚ ਸਾਨੂੰ ਜਿਹੜਾ ਹੈ ਸ਼ਾਂਤੀਵਾਦ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ, ਜਾਂ ਸ਼ਾਂਤੀਵਾਦ ਜਿਹੜੀਆਂ ਕੁਝ ਵਿਵਸਥਾਵਾਂ ਦੇ ਵਿੱਚ ਸ਼ਾਂਤੀਵਾਦੀ ਜਿਹੜੀ ਵਿਵਸਥਾ ਸੀ ਉਹ ਪਹਿਲੇ ਤੋਂ ਸਥਾਪਿਤ ਸੀ। ਮੈਂ ਕੱਲ੍ਹ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਸ਼ਾਂਤੀਵਾਦ ਦੀ ਵਿਚਾਰਧਾਰਾ ਹੈ ਉਹ ਹਰ ਪ੍ਰਕਾਰ ਦੇ ਜਿਹੜਾ ਯੁੱਧ ਹੈ ਉਹਦੀ ਜਿਹੜੀ ਹੈ ਆਲੋਚਨਾ ਕਰਦੀ ਹੈ। ਉਹ ਕਿਸੇ ਵੀ ਤਰ੍ਹਾਂ ਦੇ ਜਿਹੜਾ ਸੈਨਿਕਵਾਦ ਹੈ ਉਹਦੀ ਵੀ ਆਲੋਚਨਾ ਸ਼ਾਂਤੀਵਾਦ ਜਿਹੜਾ ਹੈ ਉਹ ਕਰਦਾ ਹੈ। ਸ਼ਾਂਤੀਵਾਦੀ ਜਿਹੜੀ ਵਿਵਸਥਾ ਹੈ ਉਹ ਉਸ ਦੀ ਜਿਹੜੀ ਹੈ ਆਲੋਚਨਾ ਜਿਹੜੀ ਹੈ ਕਰਦੀ ਹੈ। ਸੋ ਅਗਰ ਅਸੀਂ ਗੱਲ ਕਰੀਏ ਈਸਾਈ ਧਰਮ ਦੀ ਜਾਂ ਕ੍ਰਿਸਚੈਨਿਟੀ ਦੀ, ਹੁਣ ਜਦੋਂ ਅਸੀਂ ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ ਜਾਂ ਈਸਾਈ ਧਰਮ ਦੀ ਗੱਲ ਕਰਦੇ ਹਾਂ, ਇੱਥੇ ਇਸ ਡਾਕੂਮੈਂਟ ਦੇ ਵਿੱਚ ਜਿਹੜਾ ਹੈ ਇਹਨੂੰ ਮੈਂ ਕੋਟ ਕਰੂੰਗਾ। ਥਰੂਆਊਟ ਹਿਸਟਰੀ ਮੈਨੀ ਹੈਵ ਅੰਡਰਸਟੂਡ Jews of Nazareth have been pacifist, drawing on the Sermon on Mount. Sermon on Mount ਦਾ ਜਿਹੜਾ ਉਹਨੇ ਰੈਫਰੈਂਸ ਦਿੱਤਾ ਹੈ, ਉਹ ਕਹਿੰਦਾ ਕਿ ਅਗਰ ਅਸੀਂ ਕ੍ਰਿਸਚੈਨਿਟੀ ਦੇ ਵਿੱਚ, ਈਸਾਈ ਧਰਮ ਦੇ ਵਿੱਚ ਅਗਰ ਅਸੀਂ ਪੈਸਿਫਿਜ਼ਮ ਜਾਂ ਪੈਸਿਫਿਸਟ ਨੂੰ ਲੱਭਣਾ ਹੈ ਤੇ ਸਰਮਨ ਆਫ ਮਾਊਂਟ ਦਾ ਜਿਹੜਾ ਉਪਦੇਸ਼ ਹੈ ਉਹਦੇ ਵਿੱਚ ਸਾਨੂੰ ਜਿਹੜਾ ਹੈ ਇਹ ਦੇਖਣ ਨੂੰ ਮਿਲ ਸਕਦਾ ਹੈ। Jesus stated one should not resist to evildoer, promote and turn on Sermon on Mount ਜਿਹੜਾ ਸੀਗਾ ਇੱਕ ਤਰ੍ਹਾਂ ਦਾ ਜਿਹੜੇ ਜੀਸਸ ਕ੍ਰਾਈਸਟ ਸੀਗੇ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ ਹਿਊਮੈਨਿਟੀ ਨੂੰ, ਮਾਨਵਤਾ ਨੂੰ, ਕਿ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਸ਼ਾਂਤੀ ਦੀ ਗੱਲ ਕੀਤੀ ਸੀ ਉਹਨਾਂ ਨੇ, ਨਾਲੇ ਦਾ ਈਵਲ ਨੂੰ ਜਿਹੜਾ ਖਤਮ ਕਰਨ ਦੀ ਗੱਲ ਜਿਹੜੀ ਸੀ ਉਹਨਾਂ ਨੇ ਕੀਤੀ ਸੀ। ਫਿਰ if anyone strikes you right on the right cheek, turn the other also। ਇਹ ਗੱਲ ਗਾਂਧੀ ਜੀ ਨੇ ਵੀ ਕੀਤੀ। ਇਹ ਗੱਲ ਗਾਂਧੀ ਜੀ ਨੇ ਜਦੋਂ ਵੀ ਆਪਣੇ ਬਾਈਬਲ ਪੜ੍ਹੀ ਸੀ ਉਹਦੇ ਤੋਂ ਇਹ ਸਿੱਖਿਆ ਜੀ ਲਈ ਸੀ। ਗਾਂਧੀ ਜੀ ਇਹ ਕਹਿੰਦੇ ਸੀਗੇ ਕਿ ਅਗਰ ਕੋਈ ਬੰਦਾ ਤੁਹਾਨੂੰ ਮਾਰਦਾ ਹੈ ਜਾਂ ਕੋਈ ਬੰਦਾ ਜਿਹੜਾ ਹਿੰਸਾ ਕਰਦਾ ਹੈ ਤੇ ਅਗਰ ਉਹ ਤੁਹਾਡੇ ਇੱਕ ਗੱਲ ਤੇ ਥੱਪੜ ਮਾਰਦਾ ਹੈ ਤਾਂ ਤੁਸੀਂ ਉਹਦੇ ਦੂਸਰੇ ਗੱਲ ਨੂੰ ਦੇ ਉੱਤੇ ਵੀ ਆਪਣਾ ਦੂਜਾ ਗੱਲ ਵੀ ਉਹਦੇ ਅੱਗੇ ਕਰ ਦਿਓ ਤਾਂ ਕਿ ਉਹਦੇ ਤੇ ਵੀ ਉਹ ਥੱਪੜ ਮਾਰ ਦਿਓ। ਮਤਲਬ ਉਹਦੇ ਖਿਲਾਫ ਤੁਸੀਂ ਜਿਹੜਾ ਹੈ ਰੈਜ਼ਿਸਟ ਨਾ ਕਰੋ, ਠੀਕ ਹੈ, ਉਹਦੇ ਖਿਲਾਫ ਜਿਹੜੀ ਹੈ ਵਾਇਲੈਂਸ ਨਾ ਕਰੋ। ਸੋ ਜਿਹੜੀ ਕ੍ਰਿਸਚੈਨਿਟੀ ਹੈ ਜਾਂ ਜਿਹੜੇ ਹੋਰ ਧਰਮ ਹੈਗੇ ਆ ਉਹ ਸਾਨੂੰ ਜਿਹੜਾ ਹੈ ਪੈਸਿਫਿਜ਼ਮ ਦਾ ਜਿਹੜਾ ਹੈਗਾ ਉਪਦੇਸ਼ ਜਿਹੜਾ ਦਿੰਦੇ ਆ, ਔਰ ਇਹਨਾਂ ਨੂੰ ਅਸੀਂ ਪੈਸਿਫਿਸਟ ਜਿਹੜੇ ਹੈ ਰਿਲੀਜਨ ਵੀ ਕਹਿੰਦੇ ਹਾਂ। ਠੀਕ ਹੈ ਜੀ। ਹੁਣ ਇੱਥੇ therefore those who had denied Jesus was a pacifist, they state that Jesus never said not to fight. Citing the examples of New Testament, one such assistant portrays angry Jews driving dishonest market later। ਉਹ ਕਹਿੰਦੇ ਕਿ ਇਹ ਕਦੇ ਵੀ ਨਹੀਂ ਕਿਹਾ ਸੀਗਾ ਸਰਮਨ ਆਫ ਮਾਊਂਟ ਨੂੰ ਸਾਨੂੰ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਪੈਸਿਫਿਸਟ ਕੌਣ ਹੁੰਦਾ ਜਾਂ ਪੈਸਿਫਿਜ਼ਮ ਜਿਹੜਾ ਹੈ ਉਹ ਕੀ ਚੀਜ਼ ਹੈ। ਪਰ ਜਿਹੜਾ ਕੁਝ ਜਿਹੜੇ ਕ੍ਰਿਟਿਕਸ ਹੈਗੇ ਆ ਜਾਂ ਕੁਝ ਜਿਹੜੇ ਆਲੋਚਕ ਹੈਗੇ ਉਹ ਇਸ ਗੱਲ ਨਾਲ ਜਿਹੜਾ ਹੈ ਸਹਿਮਤ ਨਹੀਂ ਹੈ। ਠੀਕ ਹੈ ਜੀ। ਫਿਰ ਅਗਰ ਅਸੀਂ 16ਵੀਂ ਸ਼ਤਾਬਦੀ ਦੀ ਗੱਲ ਕਰੀਏ ਆਧੁਨਿਕ ਯੂਰਪ ਦੇ ਇਤਿਹਾਸ ਦੇ ਵਿੱਚ, ਤਾਂ ਪ੍ਰੋਟੈਸਟੈਂਟ ਰੈਫੋਰਮੇਸ਼ਨ gave rise to variety of new Christian sects।
ਜਿਹੜੀ ਹੁਣ ਰੈਫਰਮੇਸ਼ਨ ਕੀ ਹੁੰਦੀ ਹੈ, ਮੇਜਰ ਮੂਵਮੈਂਟ ਇਨ ਵੈਸਟਰਨ ਕ੍ਰਿਸਚੈਨਿਟੀ। ਜਿਹੜੀ ਪ੍ਰੋਟੈਸਟੈਂਟ ਰੈਫਰਮੇਸ਼ਨ ਮੂਵਮੈਂਟ ਹੋਈ ਸੀ, ਹੁਣ ਰੈਫਰਮੇਸ਼ਨ ਕੀ ਹੁੰਦੀ ਹੈ, ਜਦੋਂ ਕਿਸੇ ਚੀਜ਼ ਦੇ ਵਿੱਚ ਬਦਲਾਅ ਆਉਂਦਾ ਹੈ, ਜਦੋਂ ਕੋਈ ਚੀਜ਼ ਜਿਹੜੀ ਹੈ ਬਦਲਦੀ ਹੈ, ਉਹਨੂੰ ਅਸੀਂ ਜਿਹੜਾ ਹੈ ਰੈਫਰਮੇਸ਼ਨ ਕਹਿੰਦੇ ਹਾਂ। ਪ੍ਰੋਟੈਸਟੈਂਟ ਰੈਫਰਮੇਸ਼ਨ was a major movement in Western Christianity in 16th century Europe that posted a religious and political challenge to Catholic Church। ਹੁਣ ਅਗਰ ਅਸੀਂ ਈਸਾਈ ਧਰਮ ਦੀ ਗੱਲ ਕਰੀਏ ਤੇ ਈਸਾਈ ਧਰਮ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੇ ਜਿਹੜੇ ਸੈਕਟ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ। ਇੱਕ ਸੈਕਟ ਨੂੰ ਜਿਹੜਾ ਹੈਗਾ ਅਸੀਂ ਕੈਥੋਲਿਕ ਕਹਿੰਦੇ ਹਾਂ, ਦੂਸਰੇ ਨੂੰ ਪ੍ਰੋਟੈਸਟੈਂਟ ਕਹਿੰਦੇ ਹਾਂ। ਸੋ ਇੱਥੇ ਜਿਹੜਾ ਰੈਫਰੈਂਸ ਦਿੱਤਾ ਜਾ ਰਿਹਾ ਹੈ, ਇੱਥੇ ਜਿਹੜਾ ਈਸਾਈ ਧਰਮ ਦੇ ਵਿੱਚ ਦੂਸਰਾ ਸੈਕਟ ਹੈ ਜਾਂ ਦੂਸਰੀ ਕਮਿਊਨਿਟੀ ਹੈ ਪ੍ਰੋਟੈਸਟੈਂਟ, ਉਹਦੇ ਬਾਰੇ ਹੈ ਕਿ ਜਿਹੜਾ ਪ੍ਰੋਟੈਸਟੈਂਟ ਰੈਫਰਮੇਸ਼ਨ ਮੂਵਮੈਂਟ ਸੀਗੀ ਉਹਨੇ ਜਿਹੜਾ ਹੈ ਕ੍ਰਿਸਚੈਨਿਟੀ ਦੇ ਵਿੱਚ, ਠੀਕ ਹੈ, ਪੋਸਟ ਰਿਲੀਜੀਅਸ ਐਂਡ ਪੋਲੀਟੀਕਲ ਚੈਲੰਜ ਟੂ ਕੈਥੋਲਿਕ ਚਰਚ। ਹੁਣ ਜਿਹੜੇ ਕੈਥੋਲਿਕ ਹੈਗੇ ਆ, ਕੈਥੋਲਿਕ ਔਰ ਪ੍ਰੋਟੈਸਟੈਂਟ ਦੇ ਵਿੱਚ ਹਮੇਸ਼ਾ ਤੋਂ ਜਿਹੜਾ ਹੈ ਝਗੜਾ ਰਿਹਾ ਹੈ, ਠੀਕ ਹੈ ਜੀ। ਹੁਣ ਜਿਹੜਾ ਕੈਥੋਲਿਕ ਚਰਚ ਹੈ, ਉਹ ਕੈਥੋਲਿਕ ਚਰਚ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਨਹੀਂ ਪ੍ਰੋਟੈਸਟੈਂਟ ਹੁਣ ਜਿਹੜੀ ਰੈਫਰਮੇਸ਼ਨ ਮੂਵਮੈਂਟ ਸੀਗੀ ਉਹਨੇ ਇਸ ਤਰ੍ਹਾਂ ਦਾ ਜਿਹੜਾ ਕੈਥੋਲਿਕ ਚਰਚ ਸੀਗਾ ਉਹਨੂੰ ਪੋਲੀਟੀਕਲੀ ਔਰ ਰਿਲੀਜੀਅਸਲੀ ਚੈਲੰਜ ਕੀਤਾ ਸੀ। ਐਂਡ ਚਰਚ ਇਨ ਪਰਟੀਕੁਲਰ ਪੈਪਲ ਅਥਾਰਟੀ ਅਰਾਈਜ਼ਿੰਗ ਫਰੋਮ what were perceived to be errors and abuses and Catholic Church। ਜਿਹੜੀ ਇਹ ਮੂਵਮੈਂਟ ਸੀ ਪ੍ਰੋਟੈਸਟੈਂਟ ਮੂਵਮੈਂਟ ਸੀਗੀ, ਜਿਹੜੀਆਂ ਕਮੀਆਂ ਕੈਥੋਲਿਕ ਚਰਚ ਦੇ ਵਿੱਚ ਆ ਗਈਆਂ ਸੀ, ਇਸ ਮੂਵਮੈਂਟ ਨੇ ਜਿਹੜਾ ਸੀਗਾ ਉਹਨਾਂ ਨੂੰ ਵੀ ਜਿਹੜਾ ਸੀਗਾ ਉਜਾਗਰ ਕੀਤਾ। ਦੂਸਰੀ ਗੱਲ ਇਹ ਕਿ ਇਸ ਮੂਵਮੈਂਟ ਰਾਹੀਂ ਜਿਹੜਾ ਹੈ ਜਿਹੜੀ ਕ੍ਰਿਸਚੈਨਿਟੀ ਸੀਗੀ ਉਹਦੇ ਵਿੱਚ ਵੱਖ-ਵੱਖ ਜਿਹੜੇ ਸੀਗੇ ਸੈਕਟਸ ਜਾਂ ਇਕਾਈਆਂ ਜਿਹੜੀਆਂ ਸੀ ਬਣ ਗਈਆਂ, ਇੰਕਲੂਡਿੰਗ ਹਿਸਟੋਰਿਕ ਪੀਸ ਚਰਚਿਸ। foremost among them was religious society of friends, religious society of friends, quakers belong to historical। so ਇਹ ਜਿਹੜੇ ਸਾਰੇ ਰੈਫਰੈਂਸਸ ਦਿੱਤੇ ਗਏ ਹੈ, ਇਹ ਇਸ ਚੀਜ਼ ਨੂੰ ਦਰਸਾਉਂਦੇ ਹੈ ਕਿ ਜਿਹੜਾ ਪੀਸ ਦੀ ਗੱਲ, ਸ਼ਾਂਤੀ ਦੀ ਗੱਲ ਜਾਂ ਯੁੱਧ ਦੀ ਜਿਹੜੀ ਆਪੋਜੀਸ਼ਨ ਹੈ ਉਹ ਸ਼ੁਰੂ ਤੋਂ ਹੁੰਦੀ ਆਈ ਹੈ। ਇਤਿਹਾਸ ਵੀ ਜਿਹੜਾ ਹੈ ਇਸ ਗੱਲ ਦਾ ਜਿਹੜਾ ਹੈਗਾ ਗਵਾਹ ਹੈ। ਹੁਣ ਠੀਕ ਹੈ ਜੀ, ਹੁਣ ਅਗਲਾ ਜਿਹੜਾ ਪੜਾਅ ਹੈਗਾ ਹੈ ਇਸ ਟੌਪਿਕ ਦੇ ਵਿੱਚ ਉਹ ਹੈਗਾ ਕਿ ਇਹਦੇ ਨਾਲ ਸੰਬੰਧਿਤ ਜਿਹੜਾ ਅਗਰ ਆਪਾਂ ਗੱਲ ਕਰੀਏ ਪੀਸ ਮੂਵਮੈਂਟਸ ਕਿਹੜੀਆਂ, ਠੀਕ ਹੈ। ਡਿਊਰਿੰਗ ਪੀਰੀਅਡ ਆਫ Napoleonic wars, although the formal peace movement was established until the end of hostility, a significant peace movement। ਸੋ ਜੇ ਮੈਂ ਆਪਣੇ ਲੈਕਚਰ ਨੂੰ ਜਿਹੜਾ ਹੈ ਬਹੁਤ ਬਰੀਕ ਕਰਦੇ ਹੋਇਆ ਅਸੀਂ ਜਿਹੜਾ ਹੈਗਾ ਇਹਦੀਆਂ ਜਿਹੜੀਆਂ ਫੀਚਰਸ ਅਸੀਂ ਜਿਹੜੀਆਂ ਕਰਾਂਗੇ, ਇਹਦੀਆਂ ਫੀਚਰਸ। ਇੱਕ ਮਿੰਟ ਮੈਂ ਹੋਰ ਡਾਕੂਮੈਂਟ ਤੁਹਾਡੇ ਨਾਲ शेयर करूँगा। जी मैं एक जरा ठीक है। अगर इस तो पहला कि असं विशेषतावां पर चर्चा करिए, पहले असं देखा कि जोड़ा शांतिवाद है वो किहड़ा सिद्धांतां उत्ते जिहड़ा है टिकिया होया। पहली गल जिहड़ा शांतिवाद करता है, शांतिवाद की जिहड़ी विचारधारा उन्हें हमेशा तो जिहड़ा है युद्ध के जरिए युद्ध नूं नकारिया है, हर तरह की जिहड़ी हिंसा है उन्होंने नकारिया है। सो जिहड़ा शांतिवादी व्यवस्था है, शांतिवाद है, वो जिहड़े भी मुद्दे हैगे है, जिहड़े कन्फ्लिक्ट्स हैगे इंटरनैशनल अरीना दे विच उन्होंने पीसफुली सुलझाउण दे पक्ष दे विच जिहड़ा वो हैगा। ठीक है जी। दूसरी गल वो कहता है कि अंडर एनी सर्कमस्टांसिस जिहड़ा है सानूं हमेशा ही जिहड़ा है युद्ध करना है
जी है निंदा करनी चाहिए है। और मतलब कि इंडिविजुअल जो अपना उन्हें राइट नहीं लेना है सोसाइटी के विच या पोलिटिकल सिस्टम के विच तो उन्होंने जड़ा है शांतिमय तरीके जड़ा अपनाना चाहिए लोकतंत्र के तरीके जड़ा है अपनाना चाहिए। ठीक है जी। सो ये कुछ सिद्धांत थे जिहदे जड़ा है फैसिलिज्म जड़ा है टिकिया हुआ है। ठीक है जी। ਹੁਣ ਜੇ ਪੈਸਿਫਿਜ਼ਮ ਦੀ ਗੱਲ ਕਰੀਏ ਅਗਰ ਇਹਦੇ ਫੀਚਰਸ ਦੀ ਗੱਲ ਕਰੀਏ ਤੇ ਫੀਚਰਸ ਦੇ ਵਿੱਚ ਇਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਆਊਗੀ ਕਿ ਇਹ ਯੁੱਧ ਦੀ ਨਿੰਦਾ ਕਰਦਾ, ਇਹ ਯੁੱਧ ਦਾ ਸਮਰਥਨ ਨਹੀਂ ਕਰਦਾ, ਇਹ ਕਿਸੇ ਵੀ ਮਸਲੇ ਨੂੰ ਜਿਹੜਾ ਹੈ ਸ਼ਾਂਤੀਪੂਰਵਕ ਹੱਲ ਕਰਨ ਦੇ ਪੱਖ ਦੇ ਵਿੱਚ। ਦੂਸਰੀ ਗੱਲ ਇਹ ਹੈ ਕਿ ਜਿਹੜਾ ਵਾਰ ਹੈ ਜਿਹੜਾ ਯੁੱਧ ਹੈ ਉਹ ਕਿਸੇ ਵੀ ਮਸਲੇ ਦਾ ਹੱਲ ਦਾ ਸੋਲੂਸ਼ਨ ਹੈ। ਜੇ ਅਸੀਂ ਕਿਸੇ ਵੀ ਮਸਲੇ ਦਾ ਹੱਲ ਕਰਨਾ ਹੈ ਪਰਮਾਨੈਂਟਲੀ ਤਾਂ ਉਹ ਯੁੱਧ ਰਾਹੀਂ ਨਹੀਂ ਹੋ ਸਕਦਾ। ਹੁਣ ਤੁਸੀਂ ਪਿਛਲੇ ਇਤਿਹਾਸ ਦੇ ਵਿੱਚ ਅਤੇ ਭਾਰਤ ਦੇ ਇਤਿਹਾਸ ਦੀ ਅਗਰ ਗੱਲ ਕਰ ਲਈਏ ਤੇ ਤੁਸੀਂ ਰਾਜਾਵਾਂ ਦੁਆਰਾ ਤੇ ਹੋਰ ਜਿਹੜੇ ਲੋਕ ਜਿਹੜੇ ਸੱਤਾ 'ਚ ਬੈਠੇ ਸੀ ਉਹਨਾਂ ਦੁਆਰਾ ਸਮੇਂ ਉੱਤੇ ਵੱਖ ਤਰ੍ਹਾਂ ਦੇ ਜਿਹੜੇ ਯੁੱਧ ਲੜੇ ਪਰ ਯੁੱਧ ਨੇ ਜਿਹੜਾ ਹੈ ਕਿਸੇ ਵੀ ਮਸਲੇ ਦਾ ਹੱਲ ਲੱਭਣ ਦੇ ਵਿੱਚ। ਹੁਣ ਦੇਖੋ ਜੀ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਦਾ ਹੱਲ ਲੱਗਾ ਤੁਹਾਨੂੰ ਅਗਰ ਭਾਰਤ ਅਤੇ ਪਾਕਿਸਤਾਨ ਦੀ ਗੱਲ ਕਰੀਏ ਤੇ ਭਾਰਤ ਤੇ ਪਾਕਿਸਤਾਨ ਜਿਹੜਾ ਸੀਗਾ ਉਸਨੇ ਜਿਹੜੀ ਹੈ ਹਮੇਸ਼ਾ ਕਸ਼ਮੀਰ ਉੱਤੇ ਉਹਨਾਂ ਨੂੰ ਕਰਨਾ ਨਹੀਂ ਦਿੱਤੀ। ਕਸ਼ਮੀਰ ਨੂੰ ਲੈ ਕੇ ਜਿਹੜਾ ਹੈ ਦੋਨਾਂ ਦੇ ਵਿੱਚ ਜਿਹੜਾ ਹੈ ਸਮਝੌਤਾ ਨਹੀਂ ਹੋ ਪਾ ਰਿਹਾ, ਗੱਲਬਾਤ ਵੀ ਬੰਦ ਹੈ। ਠੀਕ ਹੈ ਜੀ। ਮਤਲਬ ਆਵਾਜਾਈ ਵੀ ਬੰਦ ਹੈ, ਸਾਰਾ ਕੁਛ ਜਿਹੜਾ ਹੈਗਾ ਬੰਦ ਹੈ ਅਤੇ ਪਾਕਿਸਤਾਨ ਨਾਲ ਇਸ ਵਜ੍ਹਾ ਦੇ ਨਾਲ ਸਾਡੇ ਜਿਹੜੇ ਰਿਲੇਸ਼ਨ ਹੈ ਸ਼ੁਰੂ ਤੋਂ ਬੜੇ ਜ਼ਿਆਦਾ ਸਟ੍ਰੇਨ ਹੈਗੇ ਆ। ਸੋ ਕਸ਼ਮੀਰ ਦਾ ਜਿਹੜਾ ਮਸਲਾ ਹੈ ਉਹ ਇੱਕ ਜਿਹੜਾ ਹੈ ਕੰਫਲਿਕਟ ਦਾ ਜਿਹੜਾ ਹੈ ਕਾਰਨ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਉੱਤੇ ਭਾਰਤ ਅਤੇ ਪਾਕਿਸਤਾਨ ਨੇ ਕਾਫੀ ਯੁੱਧ ਲੜੇ, 4 ਯੁੱਧ ਲੜੇ ਮੁੱਖ ਤੌਰ 'ਤੇ, ਪਰ ਇਹਦਾ ਸੋਲੂਸ਼ਨ ਵਾਰ ਨਹੀਂ ਹੈ, ਇਹਦਾ ਸੋਲੂਸ਼ਨ ਜਿਹੜਾ ਹੈ ਗੱਲਬਾਤ ਤੇ ਹੈ। ਠੀਕ ਹੈ ਜੀ। ਫਿਰ ਇੱਥੇ ਅਸੀਂ ਇਹਦਾ ਇੱਕ ਹੋਰ ਇਸ ਕੁਐਸਚਨ ਦਾ ਪੱਖ ਜਿਹੜਾ ਹੈ ਉਹਨੂੰ ਜਿਹੜਾ ਹੈ ਡਿਸਕਸ ਕਰ ਲੈਂਦੇ ਹੈਗੇ। ਠੀਕ ਹੈ ਜੀ। ਫਿਰ ਨੋਨ ਵਾਇਲੈਂਸ ਦੀ ਗੱਲ ਕਰੀਏ ਇਹਦੇ ਵਿੱਚ ਆਪੋਜੀਸ਼ਨ ਟੂ ਵਾਇਲੈਂਸ ਹੈ। ਨੋਨ ਵਾਇਲੈਂਸ ਦੀ ਜਿਹੜਾ ਹੈ ਪੈਸਿਫਿਜ਼ਮ ਜਿਹੜਾ ਹੈ ਉਹ ਜਿਹੜਾ ਹੈ ਸਪੋਰਟ ਜਿਹੜਾ ਹੈ ਕਰਦਾ। ਠੀਕ ਹੈ। ਹੁਣ 4 ਤਰ੍ਹਾਂ ਦੇ ਅਗਰ ਪੈਸਿਫਿਜ਼ਮ ਦੀ ਗੱਲ ਕਰੀਏ 4 ਤਰ੍ਹਾਂ ਦਾ ਜਿਹੜਾ ਹੈ ਪੈਸਿਫਿਜ਼ਮ ਹੁੰਦਾ ਹੈ ਜਾਂ 4 ਕਿਸਮਾਂ ਦਾ ਪੈਸਿਫਿਜ਼ਮ ਹੁੰਦਾ ਹੈ। ਇੱਕ ਨੂੰ ਅਸੀਂ ਕੈਨੇਡੀਅਨ ਜਨਰਲ ਪੈਸਿਫਿਜ਼ਮ। ਠੀਕ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਜੀ ਐਬਸੋਲੂਟ ਪੈਸਿਫਿਜ਼ਮ। ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਟੈਰੀਟੋਰੀਅਲ ਪੈਸਿਫਿਜ਼ਮ, ਯੂਟਿਲਿਟੇਰੀਅਨ ਪੈਸਿਫਿਜ਼ਮ, ਇਹ ਕੁਝ ਕਿਸਮਾਂ ਹੈ ਪੈਸਿਫਿਜ਼ਮ ਦੀ। ਇਹਨੂੰ ਆਪਾਂ ਡਿਟੇਲ ਦੇ ਵਿੱਚ ਜਿਹੜਾ ਹੈ ਡਿਸਕਸ ਕਰਾਂਗੇ ਅੱਗੇ ਆਉਣ ਵਾਲੇ ਲੈਕਚਰਸ ਦੇ ਵਿੱਚ। ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਹੋਰ ਪ੍ਰਸ਼ਨ ਜਿਹੜਾ ਹੈ ਪੈਦਾ ਹੁੰਦਾ ਹੈਗਾ ਕਿ ਪੈਸਿਫਿਜ਼ਮ ਜਿਹੜਾ ਹੈ ਉਹ ਡਿਫੈਂਸਿਬਲ ਹੈ, ਉਹਨੂੰ ਅਸੀਂ ਜਿਹੜਾ ਹੈ ਉਹਦੀ ਰੱਖਿਆ ਕਰ ਸਕਦੇ ਹਾਂ ਜਾਂ ਉਹਨੂੰ ਅਸੀਂ ਜਿਹੜਾ ਹੈ ਨੈਤਿਕ ਰੂਪ ਨਾਲ ਡਿਫੈਂਡ ਕਰ ਸਕਦੇ ਹਾਂ। ਸੋ ਇਹਦਾ ਉੱਤਰ ਇਹ ਹੈ ਕਿ however pacifists are not ethically required to use every means available to them to help others, although self-defense is morally wrong for a pacifist. One has to be simultaneously shown that it's a ਠੀਕ ਹੈ ਜੀ। ਕੁਝ ਗਰਾਊਂਡ ਉੱਤੇ ਜਿਹੜਾ ਹੈ ਪੈਸਿਫਿਜ਼ਮ ਨੂੰ ਅਸੀਂ ਨੈਤਿਕ ਰੂਪ ਦੇ ਵਿੱਚ ਉਹਦਾ ਕਹਿਣਾ ਮਤਲਬ ਇਹ ਹੈ ਕਿ ਕੁਝ ਆਧਾਰਾਂ ਉੱਤੇ ਜਿਹੜਾ ਹੈ ਅਸੀਂ ਜਿਹੜਾ ਹੈਗਾ ਹੈ ਸ਼ਾਂਤੀਵਾਦ ਨੂੰ ਜਿਹੜਾ ਹੈ ਨੈਤਿਕ ਰੂਪ ਨਾਲ ਡਿਫੈਂਡ ਜਿਹੜਾ ਹੈ ਕਰ ਸਕਦੇ। ਠੀਕ ਹੈ। ਸੋ ਇਹ ਕੁਝ ਇਹਦੇ ਆयाम ਸੀਗੇ। ਹੁਣ ਅੱਗੇ ਇਸ ਕੁਐਸਚਨ ਦੇ ਵਿੱਚ ਜਿਹੜਾ ਆयाम ਡਿਸਕਸ ਅਸੀਂ ਕਰਨਾ ਹੈਗਾ
ਇਹਦੇ ਵਿੱਚ ਨੈਤਿਕ ਜਿਹੜੀਆਂ ਕੰਸਨਟ੍ਰੇਸ਼ਨ ਹੁੰਦੀਆਂ ਨॉन ਵਾਇਲੈਂਸ ਹੁੰਦੀ ਹੈ। ਠੀਕ ਹੈ ਜੀ। ਐਬਸੋਲੂਟ ਪੈਸਿਫਿਜ਼ਮ ਕੀ ਹੁੰਦਾ ਹੈ? An absolute pacifist is generally described by BBC as one who believes that human life is so valuable that humans should not ever be killed or war should never be constructed. ਹੁਣ ਐਬਸੋਲੂਟ ਨੂੰ ਆਪਾਂ ਕਹਾਂਗੇ ਜਿਹੜਾ ਬੰਦਾ ਜਿਹੜਾ ਹੈ ਕਾਨਾਸ਼ਾਹ, ਮਤਲਬ ਕਾਨਾਸ਼ਾਹ ਨਹੀਂ ਕਹਾਂਗੇ, ਜਿਹੜਾ ਬੰਦਾ ਕੱਟੜ ਤਰੀਕੇ ਨਾਲ ਜਿਹੜਾ ਕੱਟੜ ਸ਼ਾਂਤੀਵਾਦ ਕਿਹਨੂੰ ਕਹਿੰਦੇ ਆ, ਜਿਹੜਾ ਬੰਦਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਕਿ ਜਿਹੜਾ ਮਨੁੱਖੀ ਜੀਵਨ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈ ਪ੍ਰੀਸ਼ੀਅਸ ਹੈ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਹਰ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਸਾਨੂੰ ਲੱਭਣਾ ਚਾਹੀਦਾ ਹੈ। ਯੁੱਧ ਨਹੀਂ ਹੋਣਾ ਚਾਹੀਦਾ। ਯੁੱਧ ਦੇ ਵਿੱਚ ਜਿਹੜੇ ਸੈਨਿਕ ਮਰਦੇ ਹੈ ਜਾਂ ਆਮ ਜਨਤਾ ਮਰਦੀ ਹੈ ਉਹ ਨਹੀਂ ਮਰਦੀ। ਠੀਕ ਹੈ। ਸੋ ਅਗਰ ਅੱਜ ਕੱਲ੍ਹ ਦਾ ਅਸੀਂ ਅੰਤਰਰਾਸ਼ਟਰੀ ਮਾਹੌਲ ਦੇਖੀਏ ਤਾਂ ਇਸ ਤਰ੍ਹਾਂ ਦੇ ਸ਼ਾਂਤੀਵਾਦ ਵਾਸਤੇ ਕੋਈ ਜਗ੍ਹਾ ਨਹੀਂ ਹੈ, ਕਿਉਂਕਿ ਸਾਡਾ ਸਮਾਜ ਸੱਭਿਆ ਹੁੰਦਾ ਹੋਇਆ ਵੀ ਅਸੱਭਿਆ ਤਰੀਕੇ ਨਾਲ ਅਸੀਂ ਬਿਹੇਵ ਕਰਦੇ ਹਾਂ। although we are civilized but we behave like uncivilized। ਅਸੀਂ ਅਨਸਿਵਲਾਈਜ਼ਡ ਲੋਕਾਂ ਦੀ ਤਰ੍ਹਾਂ ਬਿਹੇਵ ਕਰਦੇ ਹਾਂ। ਅਸੀਂ ਯੁੱਧ ਕਰਦੇ ਹਾਂ ਅਤੇ ਅਸੀਂ ਸਮਾਜ ਨੂੰ ਵੰਡਦੇ ਹਾਂ। ਅਸੀਂ ਸਮਾਜ ਨੂੰ ਇਸ ਤਰ੍ਹਾਂ ਵੰਡ ਦਿੱਤਾ ਹੋਇਆ ਹੈ ਕਿ ਉਹਦੇ ਸਮਾਜ ਦੇ ਵਿੱਚ ਜਿਹੜੇ ਵੀ ਤਣਾਅ ਹੈ ਇਹਦੇ ਕਰਕੇ ਜਿਹੜਾ ਹੈ ਪੈਦਾ ਹੁੰਦਾ, ਇਹਦੇ ਕਰਕੇ ਹੀ ਜਿਹੜਾ ਯੁੱਧ ਦੀ ਸਥਿਤੀ ਪੈਦਾ ਹੁੰਦੀ ਹੈ। ਜਿਹੜਾ ਅੰਤਰਰਾਸ਼ਟਰੀ ਪੱਧਰ ਉੱਤੇ ਦੋ ਦੇਸ਼ਾਂ ਦੇ ਵਿਚਕਾਰ ਤਣਾਅ ਹੁੰਦਾ ਉਹਦੇ ਕਰਕੇ ਵੀ ਜਿਹੜਾ ਹੈ ਯੁੱਧ ਦੀ ਸਥਿਤੀ ਜਿਹੜੀ ਹੈ ਪੈਦਾ ਹੁੰਦੀ। ਸੋ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ, ਅੱਜ ਕੱਲ੍ਹ ਦੇ ਵਿਸ਼ਵ ਦੇ ਵਿੱਚ ਅਸੀਂ ਐਬਸੋਲੂਟ ਪੈਸਿਫਿਜ਼ਮ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਜਿਹੜਾ ਹੈ ਨਹੀਂ ਐਕਸੈਪਟ ਕਰ ਸਕਦੇ, ਕਿਉਂਕਿ ਮਨੁੱਖ ਨੂੰ ਅਸੀਂ ਜਿੰਨਾ ਚੰਗਾ ਸਮਝਦੇ ਹਾਂ ਪਰ ਉਨਾ ਚੰਗਾ ਹੈ ਨਹੀਂ। ਹੁਣ ਤੁਸੀਂ BA 1 ਦੇ ਵਿੱਚ ਇੱਕ ਚੈਪਟਰ ਪੜ੍ਹਿਆ ਹੋਣਾ, ਇੱਕ ਸਿਧਾਂਤ ਪੜ੍ਹਿਆ ਹੋਣਾ ਰਾਜ ਦੀ ਉਤਪਤੀ ਸੰਬੰਧੀ ਸਮਾਜਿਕ ਸਮਝੌਤੇ ਦਾ ਸਿਧਾਂਤ। ਉਹਦੇ ਵਿੱਚ ਜਦੋਂ ਹੌਬਸ ਹੈ, ਜਦੋਂ ਹਿਊਮਨ ਨੇਚਰ ਦੀ ਗੱਲ ਕਰਦਾ ਹੈ, ਮਨੁੱਖੀ ਵਿਵਹਾਰ ਦੀ ਗੱਲ ਕਰਦਾ ਹੈ, ਤਾਂ ਉਹ ਇਹ ਵੀ ਗੱਲ ਕਰਦਾ ਹੈਗਾ ਕਿ ਮਨੁੱਖ ਜਿਹੜਾ ਹੈ ਲਾਲਚੀ ਹੈ, ਮਨੁੱਖ ਜਿਹੜਾ ਹੈ ਦੂਸਰਿਆਂ ਨੂੰ ਜਿਹੜਾ ਬਰਦਾਸ਼ਤ ਨਹੀਂ ਕਰਦਾ, ਦੂਸਰਿਆਂ ਨਾਲ ਲੜਦਾ ਹੈ, ਝਗੜਦਾ ਹੈ। ਸੋ ਉਹ ਕਹਿੰਦਾ ਜਿਹੜੀ ਸਟੇਟ ਆਫ ਨੇਚਰ ਸੀਗੀ, ਇਸ ਕਰਕੇ ਸਟੇਟ ਆਫ ਨੇਚਰ ਜਿਹੜੀ ਮਨੁੱਖ ਨੂੰ ਚੰਗੀ। ਸੋ ਜਦੋਂ ਅਸੀਂ ਇਸ ਚੀਜ਼ ਨੂੰ, ਹਿਊਮਨ ਵਿਵਹਾਰ ਨੂੰ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਲਿਆਉਂਦੇ ਹਾਂ ਜਾਂ ਦੇਸ਼ ਦੇ ਪੱਧਰ ਤੇ ਲਿਆਉਂਦੇ ਹਾਂ, ਤੇ ਦੇਸ਼ ਦੇ ਪੱਧਰ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ, ਜਿਹੜਾ ਸ਼ਕਤੀਸ਼ਾਲੀ ਦੇਸ਼ ਹੋਵੇਗਾ ਉਹਦੇ ਚ ਈਗੋ ਵੀ ਹੋਵੇਗੀ, ਉਹਦੇ ਚ ਪਾਵਰ ਨੂੰ ਲੈ ਕੇ ਪ੍ਰਾਊਡ ਵੀ ਹੋਊਗਾ। ਜਿਹੜਾ ਪਾਵਰ ਨੂੰ ਲੈ ਕੇ ਪ੍ਰਾਊਡ ਹੁੰਦਾ ਪਲੱਸ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਅਕਵਾਇਰ ਕਰਨ ਦੀ ਜਿਹੜੀ ਹੈ ਚਾਹ ਵੀ ਹੋਊਗੀ। ਇਹ ਕੁਝ ਕਾਰਨ ਨੇ ਜਿਹਦੇ ਕਰਕੇ ਯੁੱਧ ਦੀ ਸਥਿਤੀ ਪੈਦਾ ਹੁੰਦੀ ਹੈ ਜਾਂ ਯੁੱਧ ਜਿਹੜਾ ਹੈ। ਠੀਕ ਹੈ। ਇਸ ਕਰਕੇ ਅਗਰ ਅਸੀਂ ਅੱਜ ਦੇ ਯੁੱਗ ਦੀ ਗੱਲ ਕਰੀਏ ਤੇ ਅਸੀਂ ਜਿਹੜਾ ਹੈਗਾ ਐਬਸੋਲੂਟ ਪੈਸਿਫਿਜ਼ਮ ਨਹੀਂ। ਠੀਕ ਹੈ। ਉਹ ਬਾਕੀ ਕੱਲ੍ਹ ਵਾਲੇ ਲੈਕਚਰ ਦੇ ਵਿੱਚ ਜਿਹੜਾ ਮੈਂ ਟੌਪਿਕ ਸ਼ਾਇਦ ਕਰਦਾ ਹੈਗਾ ਆਪਾਂ ਸਮਾਂ ਕਰਾਂਗੇ, ਉਸ ਤੋਂ ਬਾਅਦ ਇਹ ਚੈਪਟਰ ਜਿਹੜਾ ਖਤਮ ਹੋ ਜਾਏਗਾ ਔਰ ਫਿਰ ਇੱਕ ਟੌਪਿਕ ਆਪਣਾ ਲੈ ਜਾਂਦਾ ਇਨਵਾਇਰਨਮੈਂਟ ਦਾ, ਉਹ ਵੀ ਦੋ ਤਿੰਨ ਲੈਕਚਰਾਂ ਨੂੰ ਖਾਣਾ। ਮਤਲਬ ਇਸ ਹਫਤੇ ਦੇ ਅੰਦਰ ਅੰਦਰ ਜਿਹੜਾ ਹੈ ਤੁਹਾਡਾ ਸਿਲੇਬਸ ਜਿਹੜਾ ਹੈ ਸਾਰਾ ਖਤਮ ਹੋ ਜਾਊਗਾ। ਮੈਂ ਜਿੱਦਾਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਮੈਂ ਨੋਟਸ ਤੁਹਾਨੂੰ ਭੇਜਿਆ, ਜਿਹੜਾ ਤੁਸੀਂ ਕਾਪੀ ਕਰਾ ਲਓ
ਤੇ ਮੈਂ ਅੱਜ WhatsApp ਗਰੁੱਪ ਦੇ ਵਿੱਚ ਤੁਹਾਨੂੰ ਇੱਕ ਬੁੱਕ ਦੀ ਫੋਟੋ ਭੇਜਣਾ ਚਾਹੁੰਦਾ। ਉਹ ਬੁੱਕ ਪਰਚੇਜ਼ ਕਰ ਲਓ ਤੁਸੀਂ, ਠੀਕ ਹੈ, ਪਰਚੇਜ਼ ਕਰਕੇ ਰੱਖ ਲਓ ਫॉर सेफर साइड। अगर ਤੁਹਾਨੂੰ ਕੋਈ ਚੀਜ਼ ਨਹੀਂ ਲੱਗਦੀ ਨੋਟਸ ਦੇ ਵਿੱਚ ਤੇ ਤੁਸੀਂ ਬੁੱਕ ਦੇ ਇਹ ਕੰਸੈਪਟ ਕਰ ਸਕਦੇ ਹੋ। ਖੈਰ ਬੁੱਕ ਇੰਨੀ ਵਧੀਆ ਨਹੀਂ ਹੈਗੀ ਉਹ, ਲੇਕਿਨ ਉਹਦੇ ਨਾਲ ਤੁਹਾਡਾ ਕੰਮ ਚੱਲ ਸਕਦਾ ਹੈ, ਥੋੜਾ ਬਹੁਤਾ ਕੰਮ ਜਿਹੜਾ ਹੈ ਚੱਲ ਸਕਦਾ ਹੈ। ਸੋ ਮੈਂ ਉਹਦਾ ਤੁਹਾਨੂੰ ਟਾਈਟਲ ਜਿਹੜਾ ਭੇਜ ਦਿੰਦਾ, ਤੁਸੀਂ ਉਹ ਬੁੱਕ ਜਿਹੜੀ ਹੈਗੀ ਹੈ। ਥੈਂਕ ਯੂ ਫॉर ਅਟੈਂਡਿੰਗ ਦਿਸ ਵਰਚੁਅਲ